ਜਿਹੜਾ ਪੋਲਿਊਟੈਂਟਸ ਹੈ, ਚਾਹੇ ਉਹ ਪਾਰਟੀਕਲ ਹੈਗੇ ਆ, ਚਾਹੇ ਉਹ ਗੈਸਸ ਹੈਗੀਆਂ, ਉਹਨਾਂ ਦੀ ਐਂਟਰੀ ਵੀ ਆਪਣੀ ਬੋਡੀ ਦੇ ਵਿੱਚ ਥਰੂ ਰੈਸਪੀਰੇਟਰੀ ਸਿਸਟਮ ਹੁੰਦੀ ਹੈ, ਨੱਕ ਤੋਂ ਤੇ ਅੱਗੇ ਸਾਹ ਦੀ ਨਲੀ ਤੋਂ ਤੇ ਫੇਫੜਿਆਂ 'ਚ ਹੁੰਦੀ ਹੈ, ਔਰ ਫੇਫੜਿਆਂ ਤੇ ਇਹਦਾ ਬੈਡ ਇਫੈਕਟ ਆਲਰੇਡੀ ਹੁੰਦਾ ਹੈ। ਬਹੁਤ ਸਾਰੀਆਂ ਸਟੱਡੀਜ਼, ਬਹੁਤ ਸਾਰੀਆਂ ਰਿਸਰਚ ਆਲਰੇਡੀ ਹੋ ਚੁੱਕੀਆਂ ਪੂਰੀ ਦੁਨੀਆ 'ਚ, ਚਾਈਨਾ 'ਚ ਵੀ ਹੈ, ਯੂਰਪ 'ਚ ਵੀ ਹੈ, UK ਔਰ US ਦੇ ਵਿੱਚ ਇਹ ਹੋ ਚੁੱਕੀਆਂ ਕਿ ਜਿਹੜਾ ਪੋਲਿਊਸ਼ਨ ਦਾ ਇਫੈਕਟ ਕੋਵਿਡ-19 ਤੇ ਕਿਸ ਤਰ੍ਹਾਂ ਹੁੰਦਾ। ਤੇ ਉਹਨਾਂ ਨੇ ਇਹ ਰਿਜ਼ਲਟ ਕੱਢਿਆ ਕਿ ਪੋਲਿਊਸ਼ਨ ਔਰ ਕੋਵਿਡ-19 ਦੀ ਸੀਵੀਅਰਿਟੀ ਜਾਂ ਇਨਫੈਕਸ਼ਨ ਇਹ ਡਾਇਰੈਕਟਲੀ ਕੋਰਿਲੇਟ ਕਰਦੇ ਆ। ਜਿੱਥੇ ਪੋਲਿਊਸ਼ਨ ਜ਼ਿਆਦਾ ਹੈ ਉੱਥੇ ਕੋਵਿਡ-19 ਵੀ ਜ਼ਿਆਦਾ ਹੈ ਔਰ ਕੋਵਿਡ-19 ਦੀ ਸੀਵੀਅਰਿਟੀ ਵੀ ਜ਼ਿਆਦਾ ਹੈ। ਪੰਜਾਬ ਹਰਿਆਣਾ ਦੇ ਵਿੱਚ ਪਰਾਲੀ ਸਾੜਨਾ ਸ਼ੁਰੂ ਹੋ ਗਈ ਹੈ, ਉਹਦਾ ਧੂਆਂ ਹੌਲੇ ਹੌਲੇ ਦਿੱਲੀ ਪਹੁੰਚਣਾ ਸ਼ੁਰੂ ਹੋ ਗਿਆ ਹੈ। ਨਤੀਜਾ ਹੈ ਕਿ 에ਅਰ ਕੁਆਲਿਟੀ ਇੰਡੈਕਸ ਬੇहद ਖਰਾਬ ਦੇ ਸਿਚੁਏਸ਼ਨ 'ਚ ਪਹੁੰਚ ਚੁੱਕਿਆ ਹੈ। ਹਾਲਾਂਕਿ ਹੋਰ ਵਧਣੇ ਦਾ ਇਜ਼ਾਫਾ ਇਹਦੇ ਵਿੱਚ ਦੇਖਿਆ ਜਾ ਸਕਦਾ ਹੈ। ਹਰ ਸਾਲ ਅਕਤੂਬਰ ਮਹੀਨੇ ਤੱਕ ਇਹ ਸਥਿਤੀ ਰਹਿੰਦੀ ਹੈ ਦਿੱਲੀ ਦੇ ਵਿੱਚ, ਪਰ ਇਸ ਵਾਰ ਇਹਦੇ ਵਿੱਚ ਇੱਕ ਚੀਜ਼ ਹੋਰ ਖਾਸ ਦੇਖਣ ਵਾਲੀ, ਕਿਉਂਕਿ ਕੋਰੋਨਾ ਜਿਹੜੀ ਆਲਰੇਡੀ ਫੇਫੜਿਆਂ ਦੀ ਬਿਮਾਰੀ, ਰੈਸਪੀਰੇਟਰੀ ਬਿਮਾਰੀ ਜਿਹੜੀ ਆਲਰੇਡੀ ਐਗਜ਼ਿਸਟ ਕਰ ਰਹੀ ਹੈ, ਤਾਂ ਕਿਆ ਪਰਾਲੀ ਨੇ ਹੋਰ ਵਾਧਾ ਹੋਏਗਾ ਜਾਂ ਕੋਰੋਨਾ ਦਾ ਕੀੜਾ ਮਰ ਜਾਏਗਾ। ਗੱਲਬਾਤ ਕਰਾਂਗੇ। ਮੇਰੇ ਨਾਲ ਮੈਡੀਕਲ ਐਕਸਪਰਟ ਸੁਖਵਿੰਦਰ ਸਿੰਘ ਸੱਗੂ ਡਾਕਟਰ ਸਾਹਿਬ ਮੌਜੂਦ ਨੇ। ਡਾਕਟਰ ਸਾਹਿਬ, ਕੀ ਇਫੈਕਟ ਤੁਸੀਂ ਦੇਖਦੇ, ਐਕਸਪਰਟਸ ਕੀ ਮੰਨਦੇ ਨੇ? ਬਿਲਕੁਲ, ਪਰਾਲੀ ਸੜਨ ਦਾ ਜਿਹੜਾ ਆਪਣਾ ਹੁੰਦਾ ਹੈ, ਹਰ ਸਾਲ ਹੀ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਪਰਾਲੀ ਦੇ ਕਰਕੇ ਜਾਂ ਬਾਕੀ ਸਾਰੇ ਪੋਲਿਊਸ਼ਨ ਦੇ ਕਰਕੇ। ਦਿੱਲੀ ਦਾ ਜਿਹੜਾ ਇੰਡੈਕਸ ਹੈਗਾ, 에ਅਰ ਕੁਆਲਿਟੀ ਇੰਡੈਕਸ ਹੈ, ਉਹ ਉੱਪਰ ਜਾਂਦਾ ਹੈ, ਉਹਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮ ਹਰ ਸਾਲ ਹੀ ਆਉਂਦੀਆਂ। ਰੈਸਪੀਰੇਟਰੀ ਸਿਸਟਮ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਹੈ ਉਹਦੇ ਕਰਕੇ, ਪੋਲਿਊਸ਼ਨ ਦੇ ਕਰਕੇ ਆਉਂਦੀਆਂ। ਇਸ ਵਾਰੀ ਖਾਸ ਇਹ ਹੈ ਕਿ ਇਸ ਵਾਰੀ ਆਪਾਂ ਆਲਰੇਡੀ ਇੱਕ ਹੈਲਥ ਐਮਰਜੈਂਸੀ ਤੋਂ ਗੁਜ਼ਰ ਰਹੇ ਹਾਂ। ਆਲਰੇਡੀ ਅਸੀਂ ਕੋਵਿਡ ਬਿਮਾਰੀ ਨਾਲ ਜੂਝ ਰਹੇ ਹਾਂ, ਜਿਹਦੇ ਕੇਸਿਸ ਵੀ ਸਾਡੇ ਬਹੁਤ ਜ਼ਿਆਦਾ ਘੱਟ ਨਹੀਂ ਹੋ ਰਹੇ ਹੈ ਔਰ ਉਹਦੀ ਸੀਵੀਅਰਿਟੀ ਵੀ ਹੈਗੀ ਹੈ। 2 ਰਿਕਵਰੀ ਸਾਡੇ ਠੀਕ ਆ ਰਹੀ ਸੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਪਰਾਲੀ ਦੇ ਕਰਕੇ ਜਿਹੜਾ ਆਪਣਾ ਪੋਲਿਊਸ਼ਨ ਜ਼ਿਆਦਾ ਹੋਇਆ। ਪਰਾਲੀ ਐਕਚੁਅਲੀ ਜਦੋਂ ਵੀ ਕੋਈ ਪੋਲਿਊਸ਼ਨ ਹੁੰਦਾ ਉਹਦੇ ਵਿੱਚ 2 ਚੀਜ਼ਾਂ ਹੁੰਦੀਆਂ। ਜਦੋਂ ਵੀ ਕੋਈ ਧੂੰਆਂ ਹੁੰਦਾ, ਚਾਹੇ ਉਹ ਤੁਹਾਡੀ ਕਾਰਾਂ ਤੋਂ ਨਿਕਲ ਰਿਹਾ ਹੋਵੇ, ਚਾਹੇ ਉਹ ਇੰਡਸਟਰੀਜ਼ ਤੋਂ ਨਿਕਲ ਰਿਹਾ ਹੋਵੇ, ਚਾਹੇ ਉਹ ਸਟਬਲ ਬਰਨਿੰਗ ਜਿਹੜੀ ਪੰਜਾਬ ਤੋਂ, ਹਰਿਆਣੇ ਤੋਂ, ਆਪਣੇ UP ਤੋਂ ਇੱਧਰ ਆ ਰਹੀ ਹੈ ਦਿੱਲੀ 'ਚ, ਉਹਨਾਂ ਸਮੋਕ ਵੱਧ ਰਿਹਾ। ਇਹਦੇ ਵਿੱਚ 2 ਚੀਜ਼ਾਂ ਜਿਹੜੀਆਂ, ਜਿਹਨੂੰ ਆਪਾਂ ਪੋਲਿਊਟੈਂਟ ਕਹਿੰਦੇ ਹਾਂ, 2 ਚੀਜ਼ਾਂ ਹੁੰਦੀਆਂ। ਇੱਕ ਤਾਂ ਹੁੰਦਾ ਹੈ ਕਿ ਇਹਦਾ ਪਾਰਟੀਕੂਲੇਟ ਮੈਟਰ ਹੁੰਦਾ, ਛੋਟੇ ਛੋਟੇ ਪਾਰਟੀਕਲਸ ਹੁੰਦੇ। ਦੂਜਾ ਹੈ ਕਿ ਟੌਕਸਿਕ ਗੈਸਿਸ ਇਹਦੇ ਵਿੱਚ ਹੁੰਦੀਆਂ। ਇਹ ਦੋਨੋਂ ਹੀ ਚੀਜ਼ਾਂ ਬੜੀਆਂ ਖਤਰਨਾਕ ਹੁੰਦੀਆਂ, ਕਿਉਂਕਿ ਜਿਹੜਾ ਪੋਲਿਊਟੈਂਟਸ ਹੈ, ਚਾਹੇ ਉਹ ਪਾਰਟੀਕਲ ਹੈਗੇ ਆ, ਚਾਹੇ ਉਹ ਗੈਸਸ ਹੈਗੀਆਂ, ਉਹਨਾਂ ਦੀ ਐਂਟਰੀ ਵੀ ਆਪਣੀ ਬੋਡੀ ਦੇ ਵਿੱਚ ਥਰੂ ਰੈਸਪੀਰੇਟਰੀ ਸਿਸਟਮ ਹੁੰਦੀ ਹੈ, ਨੱਕ ਤੋਂ ਤੇ ਅੱਗੇ ਸਾਹ ਦੀ ਨਲੀ ਤੋਂ ਤੇ ਫੇਫੜਿਆਂ 'ਚ ਹੁੰਦੀ ਹੈ, ਔਰ ਫੇਫੜਿਆਂ ਤੇ ਇਹਦਾ ਬੈਡ ਇਫੈਕਟ ਆਲਰੇਡੀ ਹੁੰਦਾ। ਇਹ ਆਪਾਂ ਪਹਿਲਾਂ ਵੀ ਜਾਣਦੇ ਹਾਂ। ਬਹੁਤ ਸਾਰੀਆਂ ਸਟੱਡੀਜ਼, ਬਹੁਤ ਸਾਰੀਆਂ ਰਿਸਰਚ ਆਲਰੇਡੀ ਹੋ ਚੁੱਕੀਆਂ ਪੂਰੀ ਦੁਨੀਆ 'ਚ, ਚਾਈਨਾ 'ਚ ਵੀ ਹੈ, ਯੂਰਪ 'ਚ ਵੀ ਹੈ, UK ਔਰ US ਦੇ ਵਿੱਚ ਇਹ ਹੋ ਚੁੱਕੀਆਂ ਕਿ ਜਿਹੜਾ ਪੋਲਿਊਸ਼ਨ ਦਾ ਇਫੈਕਟ ਕੋਵਿਡ-19 ਤੇ ਕਿਸ ਤਰ੍ਹਾਂ ਹੁੰਦਾ ਹੈ। ਤੇ ਉਹਨਾਂ ਨੇ ਇਹ ਰਿਜ਼ਲਟ ਕੱਢਿਆ ਕਿ ਪੋਲਿਊਸ਼ਨ ਔਰ ਕੋਵਿਡ-19 ਦੀ ਸੀਵੀਅਰਿਟੀ ਜਾਂ ਇਨਫੈਕਸ਼ਨ ਇਹ ਡਾਇਰੈਕਟਲੀ ਕੋਰਿਲੇਟ ਕਰਦੇ ਆ। ਜਿੱਥੇ ਪੋਲਿਊਸ਼ਨ ਜ਼ਿਆਦਾ ਹੈ ਉੱਥੇ ਕੋਵਿਡ-19 ਵੀ ਜ਼ਿਆਦਾ ਹੈ ਔਰ ਕੋਵਿਡ-19 ਦੀ ਸੀਵੀਅਰਿਟੀ ਵੀ ਜ਼ਿਆਦਾ ਹੈ। ਹੁਣ ਇਹ ਕਿਵੇਂ ਇਫੈਕਟ ਕਰਦਾ ਹੈ? ਦੇਖੋ ਕਿ ਕੋਵਿਡ-19 ਵੀ ਐਂਟਰੀ ਆਪਣੇ ਰੈਸਪੀਰੇਟਰੀ ਸਿਸਟਮ ਦੇ ਥਰੂ ਹੁੰਦੀ ਹੈ, ਲੰਗਸ ਦੇ ਵਿੱਚ ਹੁੰਦੀ ਹੈ, ਔਰ ਪੋਲਿਊਟੈਂਟਸ ਜਿੰਨੇ ਵੀ ਹੈਗੇ ਉਹ ਵੀ ਆਪਣੇ ਸਾਹ ਦੇ ਰਾਹੀਂ ਆਪਣੇ ਲੰਗਸ ਦੇ ਵਿੱਚ ਜਾਂਦੇ ਹੈ। ਹੁਣ ਪੋਲਿਊਟੈਂਟਸ ਜਾ ਕੇ ਕੀ ਕਰਦੇ ਆ, ਆਪਣੇ ਜਿਹੜਾ ਰੈਸਪੀਰੇਟਰੀ ਸਿਸਟਮ ਹੈ ਉਹਦੀ ਇੱਕ ਫਸਟ ਲੇਅਰ ਆਫ ਡਿਫੈਂਸ ਹੁੰਦੀ ਹੈ, ਜਿਹਨੂੰ ਐਪੀਥੀਲੀਅਲ ਸੈਲਸ ਕਹਿੰਦੇ ਆ, ਸੀਲੀਆਸ ਕਹਿੰਦੇ ਆ। ਤਾਂ ਪਾਰਟੀਕੂਲੇਟਸ ਜਿੰਨੇ ਵੀ ਹੈਗੇ, ਜਿੰਨੀਆਂ ਵੀ ਗੈਸਸ ਹੈ, ਗੈਸਸ ਬੇਸਿਕਲੀ ਵੀ ਨਾਈਟ੍ਰੋਜਨ ਡਾਈਆਕਸਾਈਡ ਹੁੰਦੀ ਹੈ, ਜਿਹੜੀ ਬਹੁਤ ਟੌਕਸਿਕ ਹੁੰਦੀ ਹੈ ਆਪਣੇ ਰੈਸਪੀਰੇਟਰੀ ਸਿਸਟਮ ਵਾਸਤੇ। ਉਹ ਐਪੀਥੀਲੀਅਲ ਲੇਅਰ ਨੂੰ ਖਤਮ ਕਰ ਦਿੰਦੀ ਹੈ, ਜਿਹੜੀ ਫਸਟ ਲਾਈਨ ਆਫ ਡਿਫੈਂਸ ਆਪਣੀ ਹੈਗੀ ਹੈ, ਜਿਹਨੂੰ ਆਪਣਾ ਕਹਿੰਦੇ, ਆਪਾਂ ਕਹਿ ਸਕਦੇ ਹਾਂ ਕਿ ਆਪਣੀ ਬੋਡੀ ਕੋਰੋਨਾ ਵਾਇਰਸ ਨੂੰ ਐਂਟਰੀ ਵਾਸਤੇ ਰੋਕਦੀ ਹੈ, ਇੱਕ ਬੈਰੀਅਰ ਹੁੰਦਾ, ਉਹ ਐਪੀਥੀਲੀਅਲ ਸੈਲਸ ਹੁੰਦੀ ਹੈ। ਤੇ ਇਹ ਜਿਹੜੇ ਪੋਲਿਊਟੈਂਟਸ ਜਿੰਨੇ ਵੀ ਹੈਗੇ ਉਹ ਐਪੀਥੀਲੀਅਲ ਸੈਲਸ ਨੂੰ ਡਿਸਟਰੋਏ ਕਰ ਦਿੰਦੇ ਹੈ। ਫਿਰ ਜੇ ਉਹ ਆਲਰੇਡੀ ਡਿਸਟਰੋਏ ਹੋ ਚੁੱਕੀਆਂ ਹੈ ਤਾਂ ਬੜੇ ਈਜ਼ੀਲੀ ਕੋਵਿਡ-19 ਆਪਣੇ ਅੰਦਰ ਐਂਟਰ ਕਰ ਸਕਦਾ ਹੈ। ਤੇ ਜਿਹੜੀ ਮਸ਼ੱਕਤ ਪਹਿਲਾਂ ਕੋਰੋਨਾ ਵਾਇਰਸ ਨੂੰ ਕਰਨੀ ਪੈਂਦੀ ਸੀ ਜਦੋਂ ਐਪੀਥੀਲੀਅਲ ਲੇਅਰ ਆਪਣੀ ਇੰਟੈਕਟ ਸੀਗੀ, ਉਹ ਮਸ਼ੱਕਤ ਨਹੀਂ ਕਰਨੀ ਪੈਂਦੀ, ਬੜਾ ਈਜ਼ੀਲੀ ਚਲਾ ਜਾਂਦਾ ਹੈ। ਤਾਂ ਇਹ ਮੰਨਿਆ ਜਾਂਦਾ ਹੈ ਕਿ ਇਹ ਪੋਲਿਊਸ਼ਨ ਦੇ ਕਰਕੇ ਆਪਣੇ ਫੇਫੜੇ ਆਲਰੇਡੀ ਇੰਨੇ ਖਰਾਬ ਹੋ ਗਏ ਹੈ ਕਿ ਇੱਕ ਤਾਂ ਕੋਵਿਡ ਦਾ ਇਨਫੈਕਸ਼ਨ ਜ਼ਿਆਦਾ ਹੋਏਗਾ, ਦੂਜਾ ਇਹਦੀ ਰਿਕਵਰੀ ਲੇਟ ਹੋਏਗੀ, ਕਿਉਂਕਿ ਇਹਨੂੰ ਬੜਾ ਈਜ਼ੀ ਐਕਸੈਸ ਮਿਲ ਗਿਆ ਆਪਣੇ ਲੰਗਸ ਜਾਣ ਵਾਸਤੇ, ਬੜਾ ਈਜ਼ੀ ਦਰਵਾਜ਼ੇ ਖੋਲ੍ਹ ਕੇ ਰੱਖਤੇ। ਮਤਲਬ ਪੋਲਿਊਸ਼ਨ ਨੇ ਕੋਵਿਡ ਦੇ ਦਰਵਾਜ਼ੇ ਖੋਲ੍ਹਤੇ, ਆਪਾਂ ਇਹਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ। ਰਿਕਵਰੀ ਬੜੀ ਲੇਟ ਹੋਏਗੀ ਔਰ ਸੀਵੀਅਰ ਕੰਪਲੀਕੇਸ਼ਨ ਹੋਣ ਦੇ ਚਾਂਸਸ ਵੀ ਓਨੇ ਜ਼ਿਆਦਾ। ਜਦੋਂ ਆਪਾਂ ਪਹਿਲਾਂ ਕਹਿੰਦੇ ਸੀ ਕਿ 4 ਤੋਂ 5% ਸੀਵੀਅਰ ਕੰਪਲੀਕੇਸ਼ਨ ਹੈ, ਹੁਣ ਅਗਰ ਪੋਲਿਊਸ਼ਨ ਵਧੇਗਾ ਤਾਂ ਉਹ ਜਿਹੜੇ ਸੀਵੀਅਰ ਕੰਪਲੀਕੇਸ਼ਨ ਦੀ ਰੇਟ ਹੈ ਉਹ ਵੀ ਵਧੇਗੀ। ਠੀਕ ਹੈ, ਦੇਖੋ ਪੋਲਿਊਸ਼ਨ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ, ਜਿਵੇਂ ਹੁਣ ਪੋਲਿਊਸ਼ਨ ਦੇ ਨਾਲ ਵਿੰਟਰ ਵੀ ਆਉਣ ਵਾਲਾ ਹੈ, ਹਵਾ ਵੀ ਠੰਡੀ ਹੋਏਗੀ। ਹਵਾ ਠੰਡੀ ਦੇ ਕਰਕੇ ਹਵਾ ਦਾ ਫਲੋ ਉੱਤੇ ਨੂੰ ਨਹੀਂ, ਥੱਲੇ ਨੂੰ ਹੋਏਗਾ। ਠੰਡੀ ਹਵਾ ਦਾ ਫਲੋ ਹਮੇਸ਼ਾ ਥੱਲੇ ਨੂੰ ਹੁੰਦਾ ਹੈ, ਤੇ ਇਹ ਜਿੰਨਾ ਫਲੋ ਆਪਣੇ ਨੇੜੇ ਤੇੜੇ ਧਰਤੀ ਦੇ ਹੋਏਗਾ ਤਾਂ ਉਨੇ ਜਿਹੜੇ ਆਪਣੇ ਡ੍ਰੌਪਲੈਟਸ ਹੈਗੇ ਆ ਉਹ ਬਾਹਰ ਆਉਣਗੇ ਤੇ ਉਨਾ ਹੀ ਜ਼ਿਆਦਾ ਸਟੇ ਕਰਨਗੇ ਇਨਵਾਇਰਮੈਂਟ ਦੇ ਵਿੱਚ। ਔਰ
ਹਵਾ ਦੀ ਜਿਹੜੀ ਸਪੀਡ ਹੈ ਉਹ ਵੀ ਘਟ ਜਾਏਗੀ। ਜੇ ਹਵਾ ਦੀ ਸਪੀਡ ਵੀ ਘੱਟ ਹੈਗੀ ਹੈ ਤਾਂ ਉਹ ਜਿਹੜੇ ਡ੍ਰੌਪਲੇਟਸ ਹੈ ਉਹਨੂੰ ਦੂਰ ਲੈ ਕੇ ਜਾ ਨਹੀਂ ਸਕਦੀ, ਸਪਰੈਡ ਉਹਨਾਂ ਦਾ ਉਹਨਾਂ ਆਪਣਾ ਵੱਧਦਾ ਜਾਏਗਾ। ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਪੋਲਿਊਸ਼ਨ ਦੇ ਨਾਲ ਇਨਫੈਕਸ਼ਨ ਰੇਟ ਵਧੇਗਾ, ਇਨਫੈਕਸ਼ਨ ਦੀ ਜਿਹੜੀ ਰਿਕਵਰੀ ਹੈ ਉਹ ਸਲੋ ਹੋਏਗੀ, ਫੈਟੈਲਿਟੀ ਰੇਟ ਬਹੁਤ ਜ਼ਿਆਦਾ ਹੋਏਗੀ, ਡੈਥਸ ਵੱਧ ਸਕਦੀ ਹੈ, ਸੀਵੀਅਰ ਕੰਪਲਿਕੇਸ਼ਨ ਵੱਧ ਸਕਦੇ ਹੈ। ਇੱਕ ਇਹਦੇ ਵਿੱਚ ਮੈਂ ਪੁੱਛਣਾ ਚਾਹਾਂ, ਜਿਸ ਤਰ੍ਹਾਂ ਸਾਰਿਆਂ ਨੇ ਮਾਸਕ ਲਾਏ ਹੋਏ ਨੇ, ਹਮੇਸ਼ਾ ਕਿਹਾ ਜਾਂਦਾ ਕਿ ਪੋਲਿਊਸ਼ਨ ਮਾਸਕ ਨਾਲ ਰੁਕਦਾ ਹੈ, ਤਾਂ ਜਿਹੜਾ ਨਾਰਮਲ ਕੱਪੜੇ ਦੇ ਅਸੀਂ ਨਾਰਮਲ ਲਾਏ ਹੋਏ ਇਹ ਰੋਕ ਸਕਦੇ ਨੇ ਜਾਂ N95 ਜਾਂ 98 ਹੀ ਦੇ ਵਾਸਤੇ ਚਾਹੀਦੇ ਨੇ ਪੋਲਿਊਸ਼ਨ ਰੋਕਣ ਵਾਸਤੇ ਸਟਬਲ ਦਾ? ਬਿਲਕੁਲ ਇਹ ਦੇਖੋ ਕਿ ਜਿੰਨੇ ਮਾਸਕ ਲੱਗੇ ਆ ਬਿਲਕੁਲ ਆ ਕੇ ਜਿਹੜਾ ਪਾਰਟੀਕੂਲੇਟਸ ਨੇ ਜਿਹੜੇ ਉਹਦੇ ਉਹ ਆ ਕੇ ਸਟਕ ਕਰਨਗੇ ਆਪਣੇ, ਤੇ ਆਪਾਂ ਨੂੰ ਮਾਸਕ ਦੀ ਜਿਹੜੇ ਆਪਾਂ ਕਹਿੰਦੇ ਆ ਕਿ ਚੇਂਜ ਕਰਨ ਦੀ ਜਿਹੜੀ ਰੇਟ ਹੈਗੀ ਉਨੀ ਜ਼ਿਆਦਾ ਵਧਾਉਣੀ ਪਏਗੀ। ਜਲਦੀ ਮਾਸਕ ਆਪਾਂ ਨੂੰ ਚੇਂਜ ਕਰਨੇ ਪੈਣਗੇ। ਅਗਰ ਮਾਸਕ ਤੇ ਆ ਕੇ ਉਹ ਪਾਰਟੀਕੂਲੇਟ ਲੱਗ ਜਾਂਦੇ ਹੈ ਜਾਂ ਕਿਸੇ ਦਾ ਡ੍ਰੌਪਲੇਟ ਆ ਕੇ ਲੱਗ ਗਿਆ, ਉਹ ਠੰਡੀ ਹਵਾ ਹੈ, ਵਿੰਟਰ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਉਹਦੇ ਕਰਕੇ ਨਮੀ ਜ਼ਿਆਦਾ ਹੋਏਗੀ, ਉਹਨਾਂ ਕੰਡੈਂਸ ਜ਼ਿਆਦਾ ਹੋਣਗੇ ਡ੍ਰੌਪਲੇਟਸ, ਤੇ ਦੂਜੇ ਦੇ ਡ੍ਰੌਪਲੇਟ ਆ ਕੇ ਤੁਹਾਡੇ ਮਾਸਕ ਤੇ ਆ ਕੇ ਰੁਕ ਵੀ ਸਕਦੇ ਹੈ। ਮਤਲਬ ਫ੍ਰੀਕੁਐਂਟਲੀ ਹਰ ਦਿਨ ਧੋਂਦੇ ਤੁਹਾਨੂੰ ਚੇਂਜ ਕਰਨਾ ਪਏਗਾ। ਬਿਲਕੁਲ ਕਲੋਥ ਮਾਸਕ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਗਰਮ ਪਾਣੀ 'ਚ ਆਪਾਂ ਨੂੰ ਧੋਣਾ ਪਏਗਾ। ਹੋ ਸਕਦਾ ਹੈ ਕਿ ਦਿਨ 'ਚ 2 ਵਾਰੀ ਉਹਨੂੰ ਧੋਣਾ ਪਵੇ, ਤੇ ਜਿਹੜੇ ਡਿਸਪੋਜ਼ੇਬਲ ਮਾਸਕ ਹੈ ਉਹਨਾਂ ਨੂੰ ਬੜੀ ਫ੍ਰੀਕੁਐਂਟਲੀ ਤੁਹਾਨੂੰ ਚੇਂਜ ਕਰਨਾ ਪਏਗਾ। ਇਹਦੇ ਨਾਲ ਅਸੀਂ ਦੇਖ ਰਹੇ ਸੀ ਕੁਝ ਦਿਨ ਪਹਿਲਾਂ ਤੱਕ ਕਿ ਕੇਸਸ ਬਹੁਤ ਹੀ ਡ੍ਰੌਪ ਹੋ ਗਏ, ਇਹਦੇ 92 93,000 ਤੋਂ 44 45 ਹੋ ਗਏ, ਲੇਕਿਨ ਪਿਛਲੇ 2-3 ਦਿਨਾਂ ਤੋਂ ਲਗਾਤਾਰ ਥੋੜਾ ਜਿਹਾ ਵਾਧਾ ਹੋ ਰਿਹਾ। ਦਿੱਲੀ ਦੀ ਗੱਲ ਕਰੀਏ 2000 ਤੋਂ 3000 ਹੁਣ 4000 ਦੇ ਕਰੀਬ ਕੇਸ ਪਹੁੰਚ ਰਹੇ ਨੇ। ਤੀਜੀ ਵੇਵ ਆ ਸਕਦੀ ਹੈ ਜਾਂ ਇਹ ਸਟਬਲ ਜਾਂ ਵਿੰਟਰ ਕਰਕੇ ਵਾਧਾ ਹੋ ਰਿਹਾ? ਦੇਖੋ ਅਸੀਂ ਤਕਰੀਬਨ ਮਾਰਚ ਤੋਂ ਲੈ ਕੇ ਹੁਣ ਤੱਕ ਇਸ ਬਿਮਾਰੀ ਨਾਲ ਜੂਝ ਰਹੇ ਹਾਂ। ਕੋਈ ਕਹਿੰਦਾ ਵੈਕਸੀਨ ਆ ਜਾਏਗੀ, ਕੋਈ ਕਹਿੰਦਾ ਹਲੇ ਨਹੀਂ ਆਏਗੀ, ਕੋਈ ਕਹਿੰਦਾ ਰਿਕਵਰੀ ਠੀਕ ਹੈ। ਪੇਸ਼ੈਂਟ ਜਾ ਰਹੇ ਨੇ, ਪੇਸ਼ੈਂਟ ਨੂੰ ਪ੍ਰੋਬਲਮ ਹੋ ਰਹੀ ਹੈ, ਪੇਸ਼ੈਂਟ ਐਡਮਿਟ ਵੀ ਹੋ ਰਿਹਾ ਹੈ, ਇਲਾਜ ਵੀ ਹੋ ਰਿਹਾ, ਰਿਕਵਰੀ ਵੀ ਹੋ ਰਹੀ ਹੈ। ਪਹਿਲਾਂ ਆਪਾਂ ਕਹਿੰਦੇ ਸੀ ਕੋਵਿਡ-19 ਦੇ ਵਾਸਤੇ 3-4 ਕੈਟੇਗਰੀ ਜਿਹੜੀਆਂ ਉਹ ਵੈਲਨਰੇਬਲ ਹੈਗੀਆਂ। ਜਿਵੇਂ ਅਗਰ ਤੁਹਾਨੂੰ ਪਹਿਲਾਂ ਕੋਈ ਲੰਗ ਦੀ ਕੋਈ ਪ੍ਰੋਬਲਮ ਹੈਗੀ ਹੈ, ਹਾਰਟ ਦੀ ਕੋਈ ਪ੍ਰੋਬਲਮ ਹੈਗੀ ਹੈ, ਤੁਹਾਨੂੰ ਡਾਇਬਟੀਜ਼ ਹੈਗਾ ਅਨਕੰਟਰੋਲ, ਜਾਂ ਹੋਰ ਕੋਈ ਕਈ ਤਰ੍ਹਾਂ ਦੀਆਂ ਪ੍ਰੋਬਲਮ ਹੈ, ਐਸਥਮਾ ਹੈਗਾ ਜਾਂ ਹੋਰ ਕੋਈ ਪ੍ਰੋਬਲਮ ਹੈਗੀਆਂ। ਹੁਣ ਇਹ ਦੇਖੋ ਕਿ ਪੋਲਿਊਸ਼ਨ ਵੀ ਇੱਕ ਨਵੀਂ ਚੀਜ਼ ਆ ਗਈ ਹੈ। ਪੋਲਿਊਸ਼ਨ ਨੇ ਕੀ ਕਰਨਾ ਹੈ, ਪੋਲਿਊਸ਼ਨ ਦੇ ਨਾਲ ਤੁਹਾਡਾ ਬਾਕੀ ਚੀਜ਼ਾਂ ਦਾ ਰਿਸਕ ਵੀ ਵੱਧ ਜਾਂਦਾ। ਜਿਵੇਂ ਪੋਲਿਊਸ਼ਨ ਦੇ ਨਾਲ ਰੈਸਪੀਰੇਟਰੀ ਡਿਜ਼ੀਜ਼ ਹੁੰਦਾ ਰਿਸਕ ਵੱਧ ਜਾਂਦਾ ਹੈ, ਤੇ ਇਹਨੇ ਐਕਚੁਅਲੀ ਇਹ ਵਾਧਾ ਹੀ ਕਰ ਰਿਹਾ। ਹੁਣ ਇਹ ਦੇਖੋ ਕਿ ਪਹਿਲਾਂ ਅਗਰ ਸਮਝੋ ਕਿ 50 ਜਾਂ 60% ਲੋਕ ਸੀਗੇ ਜਿਨ੍ਹਾਂ ਨੂੰ ਪਹਿਲਾਂ ਕੋਈ ਪ੍ਰੋਬਲਮ ਸੀਗੀ ਔਰ ਉਹਨਾਂ ਨੂੰ ਹੋਣ ਦੇ ਚਾਂਸਸ ਸੀ ਕੋਵਿਡ। ਹੁਣ ਪੋਲਿਊਸ਼ਨ ਦੇ ਕਰਕੇ ਉਹ ਜਿਹੜਾ ਸ਼ੇਅਰ ਹੈ ਉਹ ਵੱਧ ਗਿਆ, ਮੰਨ ਲਓ 70 to 80% ਹੋ ਗਿਆ, ਇਹ ਸਮਝ ਲਓ। ਔਰ ਪੋਲਿਊਸ਼ਨ ਦੇ ਕਰਕੇ ਇੱਕ ਤਾਂ ਇਨਫੈਕਸ਼ਨ ਜ਼ਿਆਦਾ ਹੋਏਗਾ ਨਵੇਂ ਵਾਲਿਆਂ ਦੇ ਵਿੱਚ ਜਿਨ੍ਹਾਂ ਨੂੰ ਇਨਫੈਕਸ਼ਨ ਹੋਣਾ ਹੈ, ਔਰ ਉਹਨਾਂ ਦੀ ਰਿਕਵਰੀ ਲੇਟ ਹੋਏਗੀ। ਦੂਜਾ, ਜਿਨ੍ਹਾਂ ਨੂੰ ਆਲਰੇਡੀ ਇਨਫੈਕਸ਼ਨ ਹੋ ਚੁੱਕਾ ਹੈ, ਮੰਨ ਲਓ ਕਿ ਜਿਹੜੇ ਰਿਕਵਰ ਕਰ ਚੁੱਕੇ 2-3 ਮਹੀਨੇ ਪਹਿਲਾਂ ਰਿਕਵਰ ਕਰ ਚੁੱਕੇ ਹੈ, ਤੇ ਇਹ ਹੁਣ ਤੱਕ ਸਟੱਡੀਜ਼ 'ਚ ਮੰਨਿਆ ਗਿਆ ਹੈ ਕਿ ਕੋਵਿਡ ਹੋਣ ਤੋਂ ਬਾਅਦ 2-3 ਮਹੀਨੇ ਬਾਅਦ ਵੀ ਜੋ ਉਹ ਲੰਗਸ ਦੇ ਚੇਂਜਸ ਰਹਿੰਦੇ ਹੈ, ਤੇ ਜੇ ਉਹਦੇ ਉੱਤੇ ਪੋਲਿਊਸ਼ਨ ਹੋਰ ਆ ਜਾਏਗਾ ਤਾਂ ਉਹਨੇ ਉਹਦੀ ਰਿਕਵਰੀ ਨੂੰ ਹੋਰ ਲੇਟ ਕਰ ਦੇਣਾ ਹੈ। ਤਾਂ ਮਤਲਬ ਇਹ ਸਮਝੋ ਕਿ ਪੋਸਟ ਕੋਵਿਡ ਕੰਪਲਿਕੇਸ਼ਨ ਰੇਟ ਵੀ ਇਹਦੇ ਨਾਲ ਵੱਧ ਸਕਦਾ ਹੈ। ਤਾਂ ਜਿਹੜੇ ਆਪਾਂ ਦੇਖਦੇ ਹਾਂ ਕਿ ਨਵੇਂ ਕੇਸਸ ਵੀ ਆ ਰਹੇ ਹੈ, ਉਹ ਪੋਸਟ ਕੋਵਿਡ ਦੇ ਵੀ ਆ ਸਕਦੇ ਹੈ, ਉਹ ਰੈਕਰੈਂਸ ਦੇ ਵੀ ਆ ਸਕਦੇ ਹੈ, ਜਾਂ ਕੋਵਿਡ ਤੋਂ ਬਾਅਦ ਰੈਸਪੀਰੇਟਰੀ ਪ੍ਰੋਬਲਮ ਇੱਕੋਦਮ ਪੇਸ਼ੈਂਟ ਨੂੰ ਤੇਜ਼ ਹੋ ਗਈ, ਉਹਨਾਂ ਦਾ ਸੈਚੂਰੇਸ਼ਨ ਘਟ ਗਿਆ, ਇਹੋ ਜਿਹੇ ਕੇਸਸ ਵੀ ਹੈਗੇ ਆ। ਤਾਂ ਜਿਨ੍ਹਾਂ ਨੂੰ ਇਨਫੈਕਸ਼ਨ ਨਹੀਂ ਹੋਇਆ ਉਹਨਾਂ ਨੂੰ ਵੀ ਖਤਰਾ ਹੈ, ਤੇ ਜਿਨ੍ਹਾਂ ਨੂੰ ਆਲਰੇਡੀ ਹੋ ਚੁੱਕਿਆ ਉਹਨਾਂ ਨੂੰ ਵੀ ਖਤਰਾ ਹੈ ਪੋਲਿਊਸ਼ਨ ਦੇ ਕਰਕੇ। ਕਈ ਲੋਕ ਇਹ ਵੀ ਚਰਚਾ ਛਿੜੀ ਹੋਈ ਸੀ ਸੋਸ਼ਲ ਮੀਡੀਆ ਤੇ, ਕਈ ਲੋਕ ਕਹਿ ਰਹੇ ਕਿ ਜਿਹੜਾ ਧੂੰਆਂ ਆਏਗਾ ਉਹ ਇਸ ਵਾਇਰਸ ਨੂੰ ਖਤਮ ਕਰ ਦੇਗਾ, ਕਿਉਂਕਿ ਧੂੰਆਂ ਗਰਮ ਹੁੰਦਾ ਹੈ। ਕਈ ਚੀਜ਼ਾਂ ਇਹਦੇ ਵਿੱਚ ਕਹੀ ਜਾ ਰਹੀਆਂ ਕਿ ਧੂਏ ਨਾਲ ਫਰਕ ਪਏਗਾ ਇਹਦੇ 'ਚ, ਕੋਈ ਜਿਹੜਾ ਹਵਾ 'ਚ ਕੋਈ? ਦੇਖੋ ਜੀ, ਧੂਏ ਦਾ ਕੋਈ ਵੀ ਅਸਰ ਜਿਹੜਾ ਵਾਇਰਸ ਤੇ ਉਹ ਨਹੀਂ ਹੋਣ ਵਾਲਾ। ਸਗੋਂ ਜੇ ਨਮੀ ਵਧੇਗੀ, ਜੇ ਏਅਰ ਦੀ ਜਿਹੜੀ ਸਪੀਡ ਹੈ ਉਹ ਘਟੇਗੀ, ਏਅਰ ਥੱਲੇ ਰਹੇਗੀ, ਉਹਦੇ ਕਰਕੇ ਇਨਫੈਕਸ਼ਨ ਦੇ ਚਾਂਸਸ ਵਧਣਗੇ, ਕਿਉਂਕਿ ਜਿਹੜਾ ਵਾਇਰਸ ਹੈਗਾ ਉਹ ਜ਼ਿਆਦਾ ਸਟੇ ਕਰੇਗਾ ਤਾਂ ਉਹਦੇ ਉਹਨਾਂ ਜਿਹੜਾ ਪ੍ਰੀਵੈਲੈਂਸ ਹੈਗਾ, ਉਹਦਾ ਇਨਸੀਡੈਂਸ ਜਿਹੜਾ ਹੈਗਾ ਇਨਫੈਕਸ਼ਨ ਦਾ ਵੱਧਦਾ ਜਾਏਗਾ। ਬਿਲਕੁਲ, ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਪੋਲਿਊਸ਼ਨ ਕਰਕੇ ਹੋਰ ਖਤਰਾ ਵੱਧ ਸਕਦਾ ਹੈ, ਕਿਉਂਕਿ ਪੋਲਿਊਸ਼ਨ ਤੇ ਕਰੋਨਾ ਮਿਲ ਕੇ ਜਾਨਲੇਵਾ ਸਾਬਿਤ ਹੋ ਸਕਦੇ ਨੇ, ਤੇ ਜਿਹੜਾ ਪਰਾਲੀ ਦਾ ਧੂੰਆਂ ਜਾਂ ਹੋਰ ਡਸਟ ਪਾਰਟੀਕਲ ਜਿਹੜੇ ਮਿਕਸ ਹੋ ਕੇ ਆ ਰਹੇ ਨੇ ਇਹ ਫੈਟਿਲਿਟੀ ਰੇਟ ਵਧਾ ਸਕਦੇ ਨੇ। ਇਸ ਕਰਕੇ ਮਾਸਕ ਪਾਉਣਾ ਜ਼ਰੂਰੀ ਹੈ, ਤੇ ਮਾਸਕ ਨੂੰ ਵੀ ਫ੍ਰੀਕੁਐਂਟਲੀ ਧੋਣਾ ਜ਼ਰੂਰੀ ਹੈ। ਦਿੱਲੀ ਤੋਂ ਕੈਮਰਾਮੈਨ ਲਕਸ਼ ਨਾਲ ਨਿਤਿਨ।